प्यारे विद्यार्थियों, ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ NTSC MCQs ਪਾ ਮਲਟੀਪਲ ਚੋਇਸ ਕੁਐਸਚਨ ਜੋ ਅਸਾਈਨਮੈਂਟ ਦੇ ਰੂਪ ਦੇ ਵਿੱਚ 29 ਅਕਤੂਬਰ ਨੂੰ ਮਿਲੀ ਸੀ, ਉਹ ਚੈਪਟਰ ਨੰਬਰ 12 ਦੇ ਨਾਲ 10ਵੀਂ ਕਲਾਸ ਨਾਲ ਸੰਬੰਧਿਤ ਹੈ, ਉਸ ਨੂੰ ਡਿਸਕਸ ਕਰਾਂਗੇ। ਸਾਡਾ ਪਹਿਲਾ ਕੁਐਸਚਨ ਹੈ, ਇੱਕ ਖੁੱਲ੍ਹਾ ਬਿਜਲੀ ਸਰਕਟ ਹੁੰਦਾ ਹੈ। ਪਿਆਰੇ ਬੱਚਿਓ, ਇੱਕ ਖੁੱਲ੍ਹਾ ਬਿਜਲੀ ਸਰਕਟ ਤੋਂ ਭਾਵ ਅਜਿਹੇ ਸਰਕਟ ਤੋਂ ਹੈ ਜਿਸ ਵਿੱਚੋਂ ਕੀ ਭਾਵ ਚਾਬੀ ਕੱਢ ਦਿੱਤੀ ਜਾਂਦੀ ਹੈ, ਭਾਵ ਉਸ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੋਵੇਗੀ। ਉਸ ਅਨੁਸਾਰ ਇਸ ਦਾ ਆਪਸ਼ਨ ਨੰਬਰ B ਟਿਕ ਕਰਾਂਗੇ। ਪਿਆਰੇ ਬੱਚਿਓ, ਦੂਸਰਾ ਕੁਐਸਚਨ ਹੈ, ਕਿੰਨੇ ਇਲੈਕਟ੍ਰੋਨ ਮਿਲ ਕੇ ਇੱਕ ਕੂਲਮ ਚਾਰਜ ਦੀ ਰਚਨਾ ਕਰਦੇ ਹਨ। ਪਿਆਰੇ ਬੱਚਿਓ, ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਅਤੇ ਕਈ ਵਾਰ NTSC ਦੇ ਐਗਜ਼ਾਮ ਵਿੱਚ ਆ ਚੁੱਕਾ ਹੈ। ਪਿਆਰੇ ਬੱਚਿਓ, ਸਾਨੂੰ ਪਤਾ ਹੈ ਕਿ ਇੱਕ ਇਲੈਕਟ੍ਰੋਨ ਤੇ ਕਿੰਨਾ ਚਾਰਜ ਹੁੰਦਾ ਹੈ, ਉਹ ਹੈ 1.6 ਗੁਣਾ 10 ਦੀ ਘਾਤ -19 ਕੂਲਮ। ਇਸ ਵਿੱਚ ਅਸੀਂ ਇਲੈਕਟ੍ਰੋਨਸ ਦੀ ਸੰਖਿਆ ਦੀ ਗਣਨਾ ਕਰਨੀ ਹੈ। ਇਸ ਲਈ ਅਸੀਂ ਜੋ ਚੀਜ਼ ਨੂੰ ਕੈਲਕੂਲੇਟ ਕਰਨਾ ਹੈ ਉਸ ਨੂੰ ਆਪਾਂ ਸੱਜੇ ਰੱਖਾਂਗੇ। 1.6 ਗੁਣਾ 10 ਦੀ ਘਾਤ -19 ਕੂਲਮ ਵਿੱਚ ਕਿੰਨੇ ਇਲੈਕਟ੍ਰੋਨ ਹਨ? ਇੱਕ ਇਲੈਕਟ੍ਰੋਨ। ਤੇ ਇੱਕ ਕੂਲਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ? ਇਹ ਹੋ ਜਾਏਗਾ 1/1.6 ਗੁਣਾ 10 ਦੀ ਘਾਤ -19। ਇਹ ਆ ਜਾਏਗਾ ਸਾਡੇ ਕੋਲ ਇੱਕ ਕੂਲਮ ਦੇ ਵਿੱਚ 1/1.6 ਗੁਣਾ 10 ਦੀ ਘਾਤ 19। ਇਸ ਨੂੰ ਅਸੀਂ ਲਿਖ ਸਕਦੇ ਹਾਂ 10/16 ਗੁਣਾ 10 ਦੀ ਘਾਤ 19। ਹੁਣ ਇਹ 2 ਦੇ ਟੇਬਲ 'ਤੇ ਕੱਟੇ ਜਾਂਦੇ ਆ। ਇਹ ਆ ਜਾਏਗਾ 5 ਦੂਣੀ 10 ਅਤੇ 8 ਦੂਣੀ 16। ਇੱਕ ਕੂਲਮ ਦੇ ਵਿੱਚ ਇਲੈਕਟ੍ਰੋਨ ਦੀ ਸੰਖਿਆ ਆ ਗਈ 5/8 ਗੁਣਾ 10 ਦੀ ਘਾਤ 19, ਜਾਂ ਫਿਰ ਇਸ ਨੂੰ ਅਸੀਂ ਸੋਲਵ ਕਰਾਂਗੇ 0.625 ਗੁਣਾ 10 ਦੀ ਘਾਤ 19। ਇਸ ਵਿੱਚ ਪਿਆਰੇ ਬੱਚਿਓ ਆਪਸ਼ਨਸ ਦੇਖ ਲੈਂਦੇ ਹਾਂ। ਹੁਣ ਇਹ ਹੈ ਆਪਣੇ ਕੋਲ 6.25, ਤਾਂ ਬੱਚਿਓ ਇਹ ਆ ਜਾਏਗਾ ਫਿਰ ਇੱਕ ਕੂਲਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋ ਗਏ? 6.25 ਗੁਣਾ 10 ਦੀ ਘਾਤ 18 ਆਂਸਰ। ਤਾਂ ਆਪਸ਼ਨ ਅਸੀਂ ਟਿਕ ਕਰਾਂਗੇ ਫਿਰ B ਆਪਸ਼ਨ। ਥਰਡ ਕੁਐਸਚਨ ਹੈ, ਪੋਟੈਂਸ਼ੀਅਲ ਅੰਤਰ ਨੂੰ ਮਾਪਣ ਵਾਲੇ ਯੰਤਰ ਦਾ ਨਾਮ ਹੈ। ਪਿਆਰੇ ਬੱਚਿਓ, ਪੋਟੈਂਸ਼ੀਅਲ ਅੰਤਰ ਨੂੰ ਵੋਲਟਮੀਟਰ ਦੇ ਨਾਲ ਮਾਪਿਆ ਜਾਂਦਾ ਹੈ, ਇਸ ਲਈ ਇਸ ਵਿੱਚ ਆਪਸ਼ਨ B ਟਿਕ ਕਰਾਂਗੇ। ਪਿਆਰੇ ਬੱਚਿਓ, ਚੌਥਾ ਕੁਐਸਚਨ ਹੈ, ਓਹਮ ਦੇ ਨਿਯਮ ਅਨੁਸਾਰ ਕਿਸੇ ਚਾਲਕ ਚੋਂ ਲੰਘ ਰਿਹਾ ਕਰੰਟ। ਪਿਆਰੇ ਬੱਚਿਓ, ਇਹ 'ਚ ਆਪਸ਼ਨਸ ਹੈ, ਪੋਟੈਂਸ਼ੀਅਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਪ੍ਰਤੀਰੋਧ ਦਾ ਸਿੱਧਾ ਅਨੁਪਾਤੀ ਹੁੰਦਾ ਹੈ, ਪੋਟੈਂਸ਼ੀਅਲ ਅੰਤਰ ਦਾ ਸਿੱਧਾ ਅਨੁਪਾਤੀ ਹੁੰਦਾ ਹੈ, ਪ੍ਰਤੀਰੋਧ ਦਾ ਉਲਟ ਅਨੁਪਾਤੀ ਹੁੰਦਾ ਹੈ। ਪਿਆਰੇ ਬੱਚਿਓ, ਓਹਮ ਦੇ ਅਨੁਸਾਰ ਕਿਸੇ ਵੀ ਚਾਲਕ ਵਿੱਚੋਂ ਲੰਘ ਰਿਹਾ ਕਰੰਟ ਉਸ ਦੇ ਸਿਰਿਆਂ 'ਤੇ ਮੌਜੂਦ ਪੋਟੈਂਸ਼ੀਅਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਇਸ ਲਈ ਇਸ ਵਿੱਚ C ਆਪਸ਼ਨ ਬਿਲਕੁਲ ਸਹੀ ਹੈ। ਪੰਜਵਾਂ ਕੁਐਸਚਨ ਹੈ, ਕੀਤੇ ਗਏ ਕੰਮ ਦੀ ਗਣਨਾ ਕਰੋ
ਜਦੋਂ 15 ਵੋਲਟ ਪੋਟੈਂਸ਼ੀਅਲ ਅੰਤਰ ਦੋ ਬਿੰਦੂਆਂ ਦੇ ਇੱਕ ਵਿੱਚ 2 ਕੂਲਮ ਚਾਰਜ ਨੂੰ ਲਗਾਉਂਦਾ ਹੈ। तो प्यारे बच्चों पोटेंशियल अंतर बराबर होंदा है W/Q दे, जिथे W कारज है अते Q चार्ज है। तो ਜਾਂ फिर अच्छा W के दे बराबर हो गया VQ दे। तो V की वैल्यू है 15 तो Q की वैल्यू है 2, बराबर आ गया 30। तो आंसर है डी ऑप्शन 30 जूल। अगला क्वेश्चन है कि दिते चित्र विच सैलों की गिनती कितनी है। तो प्यारे बच्चों दिते गए सैलों की गिनती 4 है, तो इसलिए ऑप्शन ए टिक करांगे। सतवां क्वेश्चन है हेठ लिखियां विचों सब तो घट प्रतिरोध किसदा है। सिल्वर, मरकरी, कागज़ अते आयरन। प्यारे बच्चों तुहानूं पता है कि सिल्वर सब तो उत्तम चालक है, भाव इसका प्रतिरोध सब तो घट है, इसलिए ए ऑप्शन टिक करांगे। 8वां क्वेश्चन प्रतिरोध का मात्रक क्या है, भाव इसकी किस इकाई विच इसनूं मापिया जाता है। प्रतिरोध का मात्रक भाव इकाई ओहम है। 9वां क्वेश्चन है जदों किसी सर्किट विच 3 प्रतिरोध R1, R2 ਅਤੇ R3 ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਸਰਕਟ ਦਾ ਕੁੱਲ ਪ੍ਰਤੀਰੋਧ ਜਾਂ ਪਰਿਣਾਮੀ ਪ੍ਰਤੀਰੋਧ ਆਪਸ਼ਨਸ ਹਨ ਘਟਦਾ ਹੈ, ਵੱਧਦਾ ਹੈ, ਦੋਨੋਂ ਹੀ ਜਾਂ ਉਪਰੋਕਤ ਤੋਂ ਕੋਈ ਨਹੀਂ। ਪਿਆਰੇ ਬੱਚਿਓ ਜਦੋਂ ਪ੍ਰਤੀਰੋਧਾਂ ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਉਹਨਾਂ ਦਾ ਪਰਿਣਾਮੀ ਪ੍ਰਤੀਰੋਧ ਵੱਧ ਜਾਂਦਾ ਹੈ, ਇਸ ਲਈ ਆਪਸ਼ਨ बी नूं टिक करांगे। 10वां क्वेश्चन है एक सर्किट विच 3 प्रतिरोध 4 ओहम, 8 ओहम अते 16 ओहम नूं समानांतर विच जोड़िया गया है। सर्किट दा कुल प्रतिरोध कितना होवेगा। तो प्यारे बच्चों तुहानूं पता है कि जदों समानांतर जोड़िया जाए तो उस वेले उन्हां दा परिणामी प्रतिरोध पता करने लिए 1/RP बराबर है 1/R1 जमा 1/R2 जमा 1/R3 का फार्मूला लगाने। इस विच R1 कितना है 4, R2 कितना देता है 8, R3 कितना देता है 16। इन्हां दा एलसीएम लवांगे तो पहले दे विच आ गया अपने को 4 चौके 16 जमा फिर 2 जमा 1 अपने को आ गया राजे 1/RP बराबर 7/16 या फिर RP के दे बराबर आ गया 16/7 ओहम दे। तो ऑप्शनस ये 16/7 सी ऑप्शन, इसलिए असी सी नूं टिक करांगे। 11वां प्रश्न है बिजली धारा दे तापन प्रभाव की खोज कीती सी। ऑप्शन जूल, जेम्स वाट, चैडविक या ओहम ने। तो बच्चों आंसर है जूल। 12वां क्वेश्चन किसी पदार्थ विच बिजली धारा दे वाहक हुंदे हन। न्यूट्रॉन, प्रोटॉन, इलैक्ट्रॉन या उपरोक्त सारे। तो प्यारे बच्चों किसी भी पदार्थ की चालकता उसके मुक्त इलैक्ट्रॉन पर निर्भर करती है। तो भाव उसके इलैक्ट्रॉन बिजली धारा विच मदद करते हैं। 13वां प्रश्न है फ्यूज किसी सर्किट विच किवें जोड़िया जाता है। प्यारे बच्चों इस बारे जो पहला वीडियो बनाई सी उस विच दस्सिया सीगा कि फ्यूज अते MCBs नूं हमेशा ही लड़ी विच जोड़िया जाता है। 14वां क्वेश्चन
ਬਿਜਲੀ ਬਲਬ ਦਾ ਫਿਲਾਮੈਂਟ ਕਿਸ ਧਾਤ ਦਾ ਬਣਿਆ ਹੁੰਦਾ ਹੈ? ਆਪਸ਼ਨ ਹਨ ਸੋਨੇ ਦਾ, ਐਲੂਮੀਨੀਅਮ ਧਾਤ ਦਾ, ਟੰਗਸਟਨ ਧਾਤ ਦਾ ਜਾਂ ਚਾਂਦੀ ਦਾ। ਤਾਂ ਆਪਸ਼ਨ ਹੈ ਟੰਗਸਟਨ ਦਾ। ਕਾਰਨ ਟੰਗਸਟਨ ਦਾ ਪਿਘਲਾਓ ਦਰਜਾ ਵੱਧ ਹੁੰਦਾ ਹੈ, ਭਾਵ 3380 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਲਈ ਇਹ ਛੇਤੀ ਪਿਘਲਦਾ ਨਹੀਂ ਹੈ ਅਤੇ ਇਸ ਦਾ ਪ੍ਰਤੀਰੋਧ ਵੱਧ ਹੁੰਦਾ ਹੈ। ਇਸ ਲਈ ਟੰਗਸਟਨ ਦੀ ਵਰਤੋਂ ਕੀਤੀ ਜਾਂਦੀ ਹੈ ਬਿਜਲੀ ਦੇ ਬਲਬ ਦਾ ਫਿਲਾਮੈਂਟ ਬਣਾਉਣ ਦੇ ਲਈ। 16ਵਾਂ ਪ੍ਰਸ਼ਨ ਹੈ, ਕਿਸੇ ਚਾਲਕ ਦਾ ਪ੍ਰਤੀਰੋਧ ਉਸ ਚਾਲਕ ਦੀ ਲੰਬਾਈ 'ਤੇ ਨਿਰਭਰ ਕਰਦਾ ਹੈ। ਲੰਬਾਈ ਦੇ ਸਿੱਧਾ ਅਨੁਪਾਤੀ, ਲੰਬਾਈ ਦੇ ਉਲਟ ਅਨੁਪਾਤੀ, ਲੰਬਾਈ 'ਤੇ ਨਿਰਭਰ ਨਹੀਂ ਕਰਦਾ। A ਅਤੇ B ਦੋਨੋਂ। ਪਿਆਰੇ ਬੱਚਿਓ, ਕਿਸੇ ਵੀ ਚਾਲਕ ਦਾ ਪ੍ਰਤੀਰੋਧ ਉਸ ਚਾਲਕ ਦੀ ਲੰਬਾਈ 'ਤੇ ਸਿੱਧਾ ਅਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦੀ ਲੰਬਾਈ ਵਧਾ ਦਿੱਤੀ ਜਾਏ ਤਾਂ ਉਸ ਚਾਲਕ ਦਾ ਪ੍ਰਤੀਰੋਧ ਵੀ ਵੱਧ ਜਾਂਦਾ ਹੈ। 16ਵਾਂ ਪ੍ਰਸ਼ਨ ਹੈ, ਇੱਕ ਮਾਈਕਰੋ ਐਮੀਟਰ ਵਿੱਚ ਕਿੰਨੇ ਐਂਪੀਅਰ ਹੁੰਦੇ ਹਨ? ਪਿਆਰੇ ਬੱਚਿਓ, ਇੱਕ ਕੱਲ੍ਹ ਦੀ ਵੀਡੀਓ ਵਿੱਚ ਅਸੀਂ ਦੱਸਿਆ ਸੀ ਕਿ ਇੱਕ ਮਾਈਕਰੋਨ ਦਾ ਮਤਲਬ 10⁻⁻6 ਐਂਪੀਅਰ। ਤੋਂ ਇਸ ਲਈ 16ਵੇਂ ਕੁਐਸਚਨ ਦਾ B ਆਪਸ਼ਨ ਆਨਸਰ ਹੈ। 17ਵਾਂ ਕੁਐਸਚਨ, ਕਿਸੇ ਚਾਲਕ ਦਾ ਪ੍ਰਤੀਰੋਧ ਨਿਰਭਰ ਕਰਦਾ ਹੈ ਚਾਲਕ ਦੀ ਲੰਬਾਈ, ਉਸ ਦੇ ਪਰਿਖੇਤਰਫਲ ਉੱਤੇ, ਪਦਾਰਥ ਦੀ ਪ੍ਰਕਿਰਤੀ ਉੱਪਰ ਅਤੇ D ਉਪਰੋਕਤ ਸਾਰੇ। तो प्यारे बच्चों, उपरोक्त सारे इसका सही आंसर है। 18वां क्वेश्चन, बिजली ऊर्जा की व्यापारिक इकाई की है? प्यारे बच्चों, बिजली ऊर्जा की व्यापारिक इकाई 1 किलोवाट घंटा है। 19वां प्रश्न है, किसी बिजली फ्यूज के गुण होंदे हन? घट प्रतिरोध अते उचित पिघलन अंक, वध प्रतिरोध अते उचित पिघलन अंक, उचित प्रतिरोध अते घट पिघलन अंक, उचित प्रतिरोध अते वध पिघलन अंक। बच्चों, फ्यूज का प्रतिरोध वध अते उचित पिघलन अंक हुंदा है, इसलिए इस विच बी ऑप्शन नूं टिक करांगे। 20वां क्वेश्चन है, वेरी इंपोर्टेंट क्वेश्चन है भी 1 किलोवाट घंटे में कितने जूल होंदे हन? 1 किलोवाट घंटे में 3.6 गुणा 10⁻6 जूल होंदे हन। उम्मीद है ये वीडियो तुहानूं पसंद आई होवेगी। वीडियो देखने लई बहुत बहुत धन्यवाद।